ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੇਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਸਿਹਤ ਕਰਮਚਾਰੀਆਂ ਦੇ ਹੱਕ ਦੇ ਵਿੱਚ ਉਤਰੀ ਲਿਬਰਲ ਲੀਡਰ ਗੀਤ ਗਰੇਵਾਲ ਕਿਹਾ, ਫਰੰਟ ਲਾਈਨ ਵਰਕਰ ਨੇ ਸਾਡੇ ਰੀਅਲ ਹੀਰੋ। ਹੈਲਥ ਕੈਨੇਡਾ ਦੇ ਵੱਲੋਂ 2 ਟੀਕਿਆਂ ਨੂੰ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਇਸਤੇਮਾਲ ਕਰਨ ਦੀ ਮਿਲੀ ਪ੍ਰਵਾਨਗੀ। ਕਿਹਾ, ਸਿਰਫ ਨਾਮ ਬਦਲੇ ਜਾਣਗੇ, ਟੀਕੇ 'ਚ ਨਹੀਂ ਕੀਤੀ ਜਾ ਰਹੀ ਕੋਈ ਸੋਧ। ਐਲਬਰਟਾ ਅਗਲੇ 10 ਦਿਨਾਂ ਦੇ ਵਿੱਚ ਉਪਲਬਧ ਸਟਾਫ ਤੇ ਬਿਸਤਰੇ ਦੀ ਗਿਣਤੀ 'ਚ ਘਾਟਾ ਕਰ ਸਕਦਾ ਮਹਿਸੂਸ, BC ਤੋਂ ਮਦਦ ਦੀ ਉਮੀਦ। ਖਬਰਾਂ ਵਿਸਥਾਰ ਦੇ ਨਾਲ। ਪਿਛਲੇ ਕਾਫੀ ਸਮੇਂ ਤੋਂ ਵੈਕਸੀਨ ਪਾਸਪੋਰਟ ਤੋਂ ਖਫਾ ਲੋਕ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕਰ ਰਹੇ ਨੇ ਤੇ ਗੁੱਸਾ ਕੱਢ ਰਹੇ ਨੇ। ਲਿਬਰਲ ਪਾਰਟੀ ਦੇ ਖਿਲਾਫ ਇਹ ਗੁੱਸਾ ਕੱਢਿਆ ਜਾ ਰਿਹਾ, ਪਰ ਅਜਿਹੇ ਦੇ ਵਿੱਚ ਸਭ ਤੋਂ ਵੱਧ ਦਿੱਕਤ ਆਈ ਹੈ ਮਰੀਜ਼ਾਂ ਤੇ ਫਰੰਟ ਲਾਈਨ ਵਰਕਰਾਂ ਨੂੰ, ਜਿਨ੍ਹਾਂ ਹਸਪਤਾਲਾਂ ਦੇ ਬਾਹਰ ਇਹ ਪ੍ਰਦਰਸ਼ਨਕਾਰੀ ਇਕੱਠੇ ਹੋਏ। ਕਈ ਮਰੀਜ਼ਾਂ ਨੂੰ ਸਮੇਂ ਸਿਰ ਜਿਹੜੀ ਹੈ ਉਹ ਸਿਹਤ ਸੇਵਾ ਨਹੀਂ ਮਿਲ ਪਾਈ। ਇਸ ਲਈ ਲਿਬਰਲ ਲੀਡਰ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਅਜਿਹੀ ਪ੍ਰਦਰਸ਼ਨ ਨੂੰ ਬਰਦਾਸ਼ਤ ਜਿਹੜਾ ਉਹ ਨਹੀਂ ਕੀਤਾ ਜਾਏਗਾ। ਇਸ ਵੇਲੇ ਲਿਬਰਲ ਪਾਰਟੀ ਸਿਹਤ ਕਰਮਚਾਰੀਆਂ ਦੇ ਬਿਲਕੁਲ ਨਾਲ ਖੜੀ ਆਈ ਹੈ ਤੇ ਮਿਸ਼ਨ ਮਾਸਕੁਈ ਤੋਂ ਲਿਬਰਲ ਲੀਡਰ ਗੀਤ ਗਰੇਵਾਲ ਵੀ ਫਰੰਟ ਲਾਈਨ ਦੇ ਹੱਕ ਦੇ ਵਿੱਚ ਉਤਰੇ। ਲਿਬਰਲ ਉਮੀਦਵਾਰ ਗੀਤ ਗਰੇਵਾਲ ਨੇ ਮਿਸ਼ਨ ਮਾਸਕੁਈ ਫਰੇਜ਼ਰ ਕੈਨੀਅਨ ਸਿਹਤ ਸੰਭਾਲ ਹੀਰੋਜ਼ ਦੀ ਸੁਰੱਖਿਆ ਦੇ ਲਈ ਵਚਨਬੱਧਤਾ ਦਿਖਾਈ ਹੈ ਤੇ ਮਿਸ਼ਨ ਮੈਮੋਰੀਅਲ ਹਸਪਤਾਲ ਤੱਕ ਸਿਹਤ ਸੇਵਾਵਾਂ ਤੇ ਸੁਰੱਖਿਆ ਪਹੁੰਚ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਹੈ। ਮਿਸ਼ਨ ਮਾਸਕੁਈ ਫਰੇਜ਼ਰ ਕੈਨੀਅਨ ਦੇ ਵਸਨੀਕ ਉਹਨਾਂ ਨੂੰ ਲੋੜੀਂਦੀਆਂ ਸਿਹਤ ਸੇਵਾਵਾਂ ਤੱਕ ਸੁਰੱਖਿਅਤ ਪਹੁੰਚ ਦਾ ਅਧਿਕਾਰ ਹੈ ਤੇ ਸਾਡੇ ਸਥਾਨਕ ਸਿਹਤ ਸੰਭਾਲ ਕਰਮਚਾਰੀ ਬਿਨਾਂ ਰੁਕਾਵਟਾਂ, ਧਮਕੀਆਂ ਤੋਂ ਮੁਕਤ ਤੇ ਆਪਣੇ ਕੰਮ ਕਰਨ ਦੇ ਯੋਗ ਹੋਣੇ ਚਾਹੀਦੇ ਨੇ। ਦੇਸ਼ ਭਰ ਦੇ ਵਿੱਚ ਹੋਏ ਹਸਪਤਾਲਾਂ ਦੇ ਵਿੱਚ ਡਰਾਉਣੇ ਪ੍ਰਦਰਸ਼ਨ ਚਿੰਤਾਜਨਕ ਨੇ ਤੇ ਅਸਵੀਕਾਰਨਯੋਗ ਨੇ। ਮਿਸ਼ਨ ਦੇ ਨਿਵਾਸੀ ਮਾਸਕੁਈ ਫਰੇਜ਼ਰ ਕੈਨੀਅਨ ਦੇ ਵਿੱਚ ਬਹੁਤ ਵਧੀਆ ਮਹਿਸੂਸ ਕਰਦੇ ਨੇ। ਮਿਸ਼ਨ ਮੈਮੋਰੀਅਲ ਹਸਪਤਾਲ ਵਿਖੇ ਜਨਤਕ ਸਿਹਤ ਸੰਭਾਲ ਜਿਸ ਨੇ ਸਾਨੂੰ ਪੂਰੇ ਸਮੇਂ ਦੇ ਵਿੱਚ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਕੀਤੀ ਹੈ, ਖਾਸ ਕਰਕੇ ਕੋਵਿਡ ਸਮੇਂ ਦੌਰਾਨ। ਮੰਗਲਵਾਰ ਨੂੰ ਮਿਸ਼ਨ ਮੈਮੋਰੀਅਲ ਹਸਪਤਾਲ ਦੇ ਦੌਰੇ ਦੌਰਾਨ ਗੀਤ ਗਰੇਵਾਲ ਨੇ ਸਿਹਤ ਸੰਭਾਲ ਕਰਮਚਾਰੀਆਂ ਦਾ ਉਹਨਾਂ ਦੇ ਜ਼ਰੂਰੀ ਕੰਮਾਂ ਲਈ ਧੰਨਵਾਦ ਕੀਤਾ। ਖਾਸ ਕਰਕੇ ਮਹਾਮਾਰੀ ਦੀ ਮੂਹਰਲੀ ਕਤਾਰ ਦੇ ਵਿੱਚ ਕਈ ਧਮਕੀਆਂ ਦੇ ਬਾਵਜੂਦ ਉਹਨਾਂ ਨੂੰ ਡਟੇ ਰਹਿਣ ਲਈ ਹੱਲਾਸ਼ੇਰੀ ਦਿੱਤੀ। ਗੀਤ ਗਰੇਵਾਲ ਨੇ ਕਿਹਾ ਹੈ ਕਿ ਮੈਂ ਮਿਸ਼ਨ ਤੇ ਫਰੰਟਲਾਈਨ ਵਰਕਰਾਂ ਦੇ ਨਾਲ ਖੜੀ ਹਾਂ, ਉਹ ਸਾਡੇ ਹੀਰੋ ਨੇ। ਇਹ ਨਵਾਂ ਲਿਬਰਲ ਕਾਨੂੰਨ ਮਿਸ਼ਨ ਮੈਮੋਰੀਅਲ ਹਸਪਤਾਲ ਦੇ ਸਿਹਤ ਸੰਭਾਲ ਕਰਮਚਾਰੀਆਂ ਦੀ ਸਹਾਇਤਾ ਕਰੇਗਾ, ਜਿਨ੍ਹਾਂ ਨੂੰ ਕਦੇ ਵੀ ਡਰਾਇਆ ਜਾਂ ਧਮਕਾਇਆ ਨਹੀਂ ਜਾਣਾ ਚਾਹੀਦਾ। ਉਹਨਾਂ ਕਿਹਾ, ਇਸ ਦੇ ਕੋਵਿਡ ਵਿਰੁੱਧ ਲੜਾਈ ਸਿਰਫ ਲਿਬਰਲ ਟੀਮ ਹੀ ਖਤਮ ਕਰੇਗੀ। ਦੱਸਦੇ ਕਿ ਸੋਮਵਾਰ ਯਾਨੀ 13 ਸਤੰਬਰ ਨੂੰ ਲਿਬਰਲ ਲੀਡਰ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਇੱਕ ਮੁੜ ਚੁਣੀ ਗਈ ਉਦਾਰਵਾਦੀ ਸਰਕਾਰ ਸਿਹਤ ਸੰਭਾਲ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇਗੀ ਤੇ ਸਿਹਤਮੰਦ ਕਾਨੂੰਨ ਪੇਸ਼ ਕਰੇਗੀ। ਇਸ ਮੁਤਾਬਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੀ ਕਿਸੇ ਵੀ ਇਮਾਰਤ ਤੱਕ ਪਹੁੰਚ ਵਿੱਚ ਰੁਕਾਵਟ ਪਾਉਣਾ, ਜਿਵੇਂ ਕਿ ਹਸਪਤਾਲ, ਟੀਕੇ ਕਲੀਨਿਕ, ਜਾਂਚ ਕੇਂਦਰਾਂ, ਫਾਰਮੇਸੀਆਂ ਤੇ ਗਰਭਪਾਤ ਕਲੀਨਿਕ ਸਮੇਤ ਅਪਰਾਧ ਹੈ। ਹੈਲਥ ਕੇਅਰ ਵਰਕਰਾਂ ਨੂੰ ਜਿਹੜਾ ਪ੍ਰੋਟੈਕਟ ਕਰਨਾ, ਇਹ ਯਕੀਨੀ ਬਣਾਉਣਾ ਕਿ ਹਰੇਕ ਕਾਰੋਬਾਰ ਤੇ ਸੰਸਥਾ ਜੋ ਟੀਕਾਕਰਨ ਦੇ ਸਬੂਤ ਦੀ ਲੋੜ ਦਾ ਫੈਸਲਾ ਕਰਦੀ ਹੈ, ਕਰਮਚਾਰੀਆਂ ਜਾਂ ਗ੍ਰਾਹਕਾਂ ਤੋਂ ਕਾਨੂੰਨ ਚੁਣੌਤੀ ਦੇ ਡਰ ਤੋਂ ਬਿਨਾਂ ਅਜਿਹਾ ਕਰ ਸਕਦੇ ਨੇ। ਸੋ ਇਸ ਵੇਲੇ ਵੋਟਾਂ 'ਚ ਫਰੰਟਲਾਈਨ ਵਰਕਰਾਂ ਦੇ ਕੰਮ ਦੇ ਵਿੱਚ ਰੁਕਾਵਟ ਪਾਉਣ ਦਾ ਮੁੱਦਾ ਜ਼ੋਰਾਂ ਸ਼ੋਰਾਂ ਨਾਲ ਚੁੱਕਿਆ ਜਾ ਰਿਹਾ ਹੈ, ਜਿਸ ਤੇ ਗੀਤ ਗਰੇਵਾਲ ਵੀ ਉਹਨਾਂ ਦੇ ਸਮਰਥਨ ਲਈ ਸਾਹਮਣੇ ਆਏ ਨੇ। ਜਿਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਉਧਰ NDP ਆਗੂ ਜਗਮੀਤ ਸਿੰਘ ਨੇ ਕਰੋਨਾ ਕਾਲ ਦੇ ਦੌਰਾਨ ਲੌਂਗ ਟਰਮ ਕੇਅਰ ਹੋਮਸ ਦੀ ਸਥਿਤੀ ਤੇ ਚਿੰਤਾ ਜ਼ਾਹਰ ਕੀਤੀ ਹੈ ਤੇ ਲਗਾਤਾਰ ਇਸ ਮੁੱਦੇ ਨੂੰ ਆਧਾਰ ਬਣਾ ਕੇ ਕੈਨੇਡਾ ਵਾਸੀਆਂ ਦੀ ਨਬਜ਼ ਜਿਹੜੀ ਹੈ ਉਹ ਟਟੋਲੀ ਜਾ ਰਹੀ ਹੈ। ਫੈਡਰਲ ਚੋਣਾਂ ਦੇ ਦੌਰਾਨ ਵੀ ਜਗਮੀਤ ਸਿੰਘ ਦੇ ਵੱਲੋਂ ਆਪਣੇ ਪਾਰਟੀ ਦੇ ਏਜੰਡੇ ਦੇ ਵਿੱਚ ਲੌਂਗ ਟਰਮ ਕੇਅਰ ਹੋਮਸ ਦੀ ਸਥਿਤੀ ਦੇ ਵਿੱਚ ਸੁਧਾਰ ਕਰਨ ਦਾ ਮੁੱਦਾ ਚੁੱਕਿਆ ਗਿਆ। Tragic parts of this pandemic, what I've called and many people have noted as a national shame, has been how our loved ones and seniors in long-term care bore the brunt of this pandemic with their lives. And what we've also learned in particular is that the worst conditions of care were in the for-profit homes. That's why today we're standing behind, or I'm standing behind me, is a Rivera-owned long-term care home, the Isler Lodge. Rivera is wholly owned by a federal crown corporation. It's owned effectively by the federal government. And we've said really clearly that we need to get profit out of long-term care. And we can start with Rivera because it is completely something within the powers of the federal government to deal with, to make sure it is no longer a for-profit operation. Even the workers whose pension owns this have said really clearly, we do not want to own a for-profit long-term care home. And when we talk about what this means, recently there's an inquiry going into what happened in Quebec in some of the for-profit homes. And they have described some of the most horrible conditions possible that our loved ones and seniors could have been kept in. That's the reality. When you've got a for-profit home, that means profit is put ahead of people. That means people end up suffering.
And when we said we should get profit out of long-term care, we should get the greed out of long-term care, Mr. Trudeau teamed up with Mr. O'Toole to vote against that, meaning they voted for private care. They voted to continue that sort of delivery. And so when people talk about, who is for or against private or public care, we've got evidence. When it comes to long-term care, Mr. Trudeau sided with Mr. O'Toole against you and your families for private care, for greed, for putting profit ahead of our loved ones. And we think that's absolutely wrong. New Democrats will fight back, make sure we get the profit out of long-term care, make sure we put seniors and our loved ones first, and make sure that their care. ਐਲਬਰਟਾ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ, ਕੋਵਿਡ ਕੇਸ ਵਧ ਰਹੇ ਨੇ, ਜਿਸ ਕਾਰਨ ਬਿਸਤਰਿਆਂ ਦੀ ਘਾਟ ਵੀ ਹੋ ਸਕਦੀ ਹੈ ਤੇ ਸਟਾਫ ਦੀ ਵੀ। ਅਜਿਹੇ ਦੇ ਵਿੱਚ BC ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਕੋਈ ਮਦਦ ਮਿਲੇ, ਪਰ ਕੁਝ ਐਕਸਪਰਟਸ ਡਾਕਟਰ ਇਹ ਮੰਨਦੇ ਨੇ ਕਿ ਕੈਨੇਡਾ ਦੀ ਸਿਹਤ ਪ੍ਰਣਾਲੀ ਸੰਬੰਧੀ ਅਪਡੇਟ ਜਿਹੜਾ ਉਹ ਜਾਰੀ ਜੇ ਕੀਤਾ ਗਿਆ ਹੈ ਤਾਂ BC ਦੇ ਕੋਲ ਆਪਣੀ ਸਮਰੱਥਾ ਮੁਤਾਬਕ ਹੀ ਅਜੇ ਸਮਾਨ ਹੈ। ਅਜਿਹੇ ਵਿੱਚ ਐਲਬਰਟਾ ਮਦਦ ਭੇਜਣਾ ਔਖਾ ਲੱਗ ਰਿਹਾ ਔਰ ਜ਼ਾਹਿਰ ਜੀ ਗੱਲ ਹੈ ਕਿ ਅਜੇ ਕੈਨੇਡਾ ਸਰਕਾਰ ਦੇ ਕੋਲ ਵੀ ਇੰਨਾ ਸਮਾਨ ਉਪਲਬਧ ਨਹੀਂ ਹੋ ਸਕਦਾ ਕਿ ਉਹ ਐਲਬਰਟਾ ਦੀ ਮਦਦ ਕਰ ਸਕਣ। ਅਜਿਹੇ ਦੇ ਵਿੱਚ ਐਲਬਰਟਾ ਤੋਂ ਬਾਹਰੀ ਮਦਦ ਦੀ ਜਿਹੜੀ ਆ ਉਮੀਦ ਕੀਤੀ ਜਾ ਰਹੀ ਹੈ। ਦੇਖਦੇ ਹਾਂ ਇੱਕ ਰਿਪੋਰਟ। ਐਲਬਰਟਾ ਹੁਣ ਸਿੱਧਾ BC ਵੱਲ ਦੇਖ ਰਿਹਾ ਹੈ। ਕੋਵਿਡ-19 ਦੇ ਵੱਧ ਰਹੇ ਕੇਸਾਂ ਦੀ ਗਿਣਤੀ ਤੇ ਟੀਕੇ ਦੀ ਮਾੜੀ ਦਰਾਂ ਦੇ ਕਾਰਨ ਨਵੇਂ ਐਲਾਨ ਕੀਤੀ ਜਨਤਕ ਸਿਹਤ ਐਮਰਜੈਂਸੀ ਦੀ ਸਹਾਇਤਾ ਲਈ। ਇਹ ਮੰਨਿਆ ਜਾਂਦਾ ਹੈ ਕਿ ਐਲਬਰਟਾ ਅਗਲੇ 10 ਦਿਨਾਂ ਦੇ ਅੰਦਰ ਉਪਲਬਧ ਸਟਾਫ ICU ਬਿਸਤਰੇ ਖਤਮ ਕਰ ਸਕਦਾ ਹੈ। ਹਾਲਾਂਕਿ BC ਮੈਟਰੋ ਵੈਨਕੂਵਰ ਦੇ ਵਿੱਚ ਸਥਿਤ ਇੱਕ ਬਜ਼ੁਰਗ ਡਾਕਟਰ ਦੇ ਅਨੁਸਾਰ ਫਰੰਟਲਾਈਨ ਸਿਹਤ ਸੰਭਾਲ ਕਰਮਚਾਰੀਆਂ ਤੇ ਉਪਕਰਨਾਂ ਨੂੰ ਭੇਜਣ ਦੀ ਸਮਰੱਥਾ ਨਹੀਂ ਰੱਖਦਾ। ਡਾਕਟਰ ਮਾਈਕਲ, ਜੋ ਕਿ ਇੱਕ ER ਡਾਕਟਰ ਨੇ ਜੋ ਮੁੱਖ ਤੌਰ ਤੇ ਡੈਲਟਾ ਦੇ ਵਿੱਚ ਕੰਮ ਕਰਦੇ ਨੇ, ਉਹ ਲਗਭਗ 2 ਦਹਾਕਿਆਂ ਤੋਂ ਇੱਕ ਡਾਕਟਰ ਰਹੇ ਨੇ ਤੇ ਹਾਲ ਹੀ ਦੇ ਵਿੱਚ ਉੱਤਰੀ ਐਲਬਰਟਾ ਦੇ ਵਿੱਚ ਕੋਵਿਡ-19 ਮਰੀਜ਼ਾਂ ਦਾ ਇਲਾਜ ਕਰ ਰਹੇ ਸੀ। ਉਹਨਾਂ ਕਿਹਾ ਕਿ ਕੈਨੇਡਾ ਦੇ ਵਿੱਚ ਸਮੱਸਿਆ ਇਹ ਹੈ ਕਿ ਅਸੀਂ ਆਪਣੀ ਸਿਹਤ ਸੰਭਾਲ ਪ੍ਰਣਾਲੀ ਨੂੰ ਵਧੀਆ ਸਮੇਂ ਤੇ ਲਗਭਗ ਪੂਰੀ ਤਰ੍ਹਾਂ ਚਲਾਉਣ ਲਈ ਤਿਆਰ ਹਾਂ। ਸਾਡੇ ਕੋਲ ਇਸ ਕਿਸਮ ਦੇ ਵਾਧੇ ਲਈ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਸਮਰੱਥਾ ਨਹੀਂ ਹੈ ਤੇ ਜਿਵੇਂ ਕਿ ਮਹਾਮਾਰੀ ਦੁਆਰਾ ਲਿਆਂਦੇ ਤਣਾਵਾਂ ਦੇ ਕਾਰਨ ਪਹਿਲਾਂ ਹੀ ਪੂਰੇ ਕੈਨੇਡਾ ਦੇ ਵਿੱਚ ਸਟਾਫ ਦੀ ਸਮੱਸਿਆ ਆ ਰਹੀ ਹੈ। ਉਹਨਾਂ ਕਿਹਾ, ਮੇਰੇ ਖਿਆਲ ਦੇ ਵਿੱਚ ਕਈ ਐਜ ਇਹੋ ਜਿਹੇ ਨੇ ਜਿੱਥੇ ਆਲੇ ਦੁਆਲੇ ਕੁਝ ਸਿਹਤ ਕਰਮਚਾਰੀਆਂ ਲਈ ਐਲਬਰਟਾ ਦੇ ਵਿੱਚ ਸਹਾਇਤਾ ਲਈ ਬ੍ਰਿਟਿਸ਼ ਕੋਲੰਬੀਆ ਜਾਂ ਹੋਰ ਸੂਬਿਆਂ ਨੂੰ ਛੱਡਣ ਦੀ ਯੋਗਤਾ ਹੋ ਸਕਦੀ ਹੈ। ਪਰ ਇਸ ਮਾਮਲੇ ਦੀ ਸੱਚਾਈ ਇਹ ਹੈ ਕਿ ਸਾਡੇ ਕੋਲ ਬਹੁਤ ਜ਼ਿਆਦਾ ਸਿਹਤ ਸੰਭਾਲ ਜਿਹੜੇ ਵਿਕਲਪ ਨਹੀਂ ਹਨ। ਸਾਡਾ ਕੋਵਿਡ-19 ਸਿਸਟਮ ਪਹਿਲਾਂ ਹੀ ਰੋਜ਼ਾਨਾ ਦੇ ਆਧਾਰ ਤੇ ਚੱਲ ਰਿਹਾ ਸੀ। ਸਾਡੇ ਕੋਲ ਸ਼ੇਅਰ ਕਰਨ ਲਈ ਵਾਧੂ ਸਮਰੱਥਾ ਉਪਲਬਧ ਨਹੀਂ ਹੈ। ਇਹ ਐਲਬਰਟਾ ਨੂੰ ਬਹੁਤ ਸਾਰੇ ਵਿਕਲਪਾਂ ਤੋਂ ਬਗੈਰ ਕਿਸੇ ਹੋਰ ਪ੍ਰਾਂਤ ਜਾਂ ਪ੍ਰਦੇਸ਼ਾਂ ਤੋਂ ਮਦਦ ਮੰਗਣ ਲਈ ਛੱਡ ਦੇਵੇਗਾ ਤੇ ਇਸ ਨੂੰ ਸੰਘੀ ਸਰਕਾਰ ਤੇ ਨਿਰਭਰ ਕਰਨ ਦੀ ਲੋੜ ਹੋ ਸਕਦੀ ਹੈ। ਕਰੀ ਨੇ ਕਿਹਾ ਹੈ ਕਿ ਮੈਨੂੰ ਸੱਚਮੁੱਚ ਉਮੀਦ ਨਹੀਂ ਹੈ ਕਿ ਸੰਘੀ ਸਰਕਾਰ ਦੇ ਕੋਲ ਸੱਚਮੁੱਚ ਬਹੁਤ ਸਾਰੇ ਸਰੋਤ ਉਪਲਬਧ ਹੋਣਗੇ। ਉਹਨਾਂ ਕੋਲ ਕੈਨੇਡੀਅਨ ਫੋਰਸਿਸ ਦੁਆਰਾ ਥੋੜਾ ਜਿਹਾ ਹਿੱਸਾ ਹੈ ਜੋ ਤੈਨਾਤ ਕੀਤਾ ਜਾ ਸਕਦਾ ਹੈ, ਪਰ ਅਸੀਂ ਦਰਜਨਾਂ ਲੋਕਾਂ ਦੇ ਪੈਮਾਨੇ ਦੀ ਗੱਲ ਕਰ ਰਹੇ ਹਾਂ। ਉਹ ਨੋਟ ਕਰਦੇ ਨੇ ਕਿ ਇੱਕ ਹੋਰ ਸੀਮਤ ਕਾਰਨ ਸਭ ਤੋਂ ਗੰਭੀਰ ਬਿਮਾਰ ਮਰੀਜ਼ਾਂ ਦੀ ਦੇਖਭਾਲ ਲਈ ਉਪਲਬਧ ਭੌਤਿਕ ਜਗ੍ਹਾ ਹੈ ਅਤੇ ਉਹਨਾਂ ਲੋਕਾਂ ਦੇ ਲਈ ਵੈਂਟੀਲੇਟਰ ਲੈਣ ਦੀ ਯੋਗਤਾ ਹੈ ਜਿਨ੍ਹਾਂ ਨੂੰ ਉਹਨਾਂ ਦੀ ਲੋੜ ਹੈ। ਕੋਵਿਡ ਮਰੀਜ਼ਾਂ ਜਿਨ੍ਹਾਂ ਨੂੰ ਵੈਂਟੀਲੇਟਰ ਦੀ ਲੋੜ ਹੈ ਉਹਨਾਂ ਨੂੰ ਹਫ਼ਤਿਆਂ ਦੇ ਲਈ ਇਸ ਦੀ ਲੋੜ ਹੁੰਦੀ ਹੈ। ਇਸ ਦੇ ਲਈ ਇਹ ਕੋਈ ਅਜਿਹੀ ਚੀਜ਼ ਨਹੀਂ ਹੈ ਜਿੱਥੇ ਤੁਸੀਂ ਸਿਰਫ ਕੁਝ ਘੰਟਿਆਂ ਲਈ ਕਿਸੇ ਦੀ ਦੇਖਭਾਲ ਕਰਨ ਲਈ ਅੱਗੇ ਵਧ ਸਕਦੇ ਹੋ। ਇਹ ਹਸਪਤਾਲ ਦੇ ਬਿਸਤਰੇ ਦੀ ਲੰਮੀ ਮਿਆਦ ਵਚਨਬੱਧਤਾ ਹੈ ਜਿਸ ਦੇ ਵਿੱਚ ਬਹੁਤ ਹੀ ਵਿਸ਼ੇਸ਼ ਉਪਕਰਨਾਂ ਦੀ ਲੋੜ ਹੁੰਦੀ ਹੈ ਜੋ ਇੱਕ ਮਰੀਜ਼ ਨੂੰ ਹਫ਼ਤਿਆਂ ਤੋਂ ਮਹੀਨਿਆਂ 'ਚ ਲੈ ਜਾਂਦੇ ਨੇ। ਉਹ ਸੋਚਦਾ ਹੈ ਕਿ ਇਹ ਸੰਭਵ BC ਐਲਬਰਟਾ ਨੂੰ ਕੁਝ ਵੈਂਟੀਲੇਟਰ ਭੇਜ ਸਕਦਾ ਹੈ, ਪਰ ਇਹ ਇੱਕ ਲੰਮਾ ਸ਼ਾਟ ਹੈ। ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਲਿਆਂਦਾ ਜਾਂਦਾ ਹੈ। ਅਸਲ ਵਿੱਚ 2 ਸਮੂਹਾਂ ਵਿੱਚ ਵੰਡਿਆ ਜਾਂਦਾ ਹੈ। ਇੱਕ ਸਮੂਹ ਨੂੰ ਵੈਂਟੀਲੇਟਰ ਦੀ ਲੋੜ ਹੁੰਦੀ ਹੈ। ਇਹ ਪ੍ਰਬੰਧ ਕਰਨਾ ਆਸਾਨ ਹੈ। ਇਹ ਉਹ ਚੀਜ਼ ਹੈ ਜੋ ਤੁਸੀਂ ਸਥਾਪਿਤ ਕਰ ਸਕਦੇ ਹੋ, ਜਿਵੇਂ ਕਿ ਅਸੀਂ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੈਨਕੂਵਰ ਕਨਵੈਨਸ਼ਨ ਸੈਂਟਰ ਦੇਖਿਆ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਉਧਰ ਐਲਬਰਟਾ ਦੀ ਸਾਰੀ ਸਥਿਤੀ ਦੇ ਉੱਤੇ ਚਾਨਣਾ ਪਾਇਆ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਨੇ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ 2 ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਜੀ। ਕੱਲ੍ਹ ਐਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕੋਵਿਡ-19 ਦੇ ਵੱਧਦੇ ਹੋਏ ਕੇਸਾਂ ਬਾਰੇ ਜਿਹੜੀ ਅੱਜ ਗੱਲ ਕੀਤੀ, ਕਿਉਂਕਿ ਅਗਸਤ ਮਹੀਨੇ ਵਿੱਚ ਜੇਸਨ ਕੈਨੀ ਹੋਰੀ ਆਲਮੋਸਟ ਗਾਇਬ ਹੀ ਰਹੇ, ਕਿਤੇ ਮਿਲੇ ਨਹੀਂ ਔਰ ਲੋਕ ਉਡੀਕਦੇ ਰਹੇ। ਜਿਉਂ-ਜਿਉਂ ਕੇਸ ਵੱਧਦੇ ਗਏ ਅਤੇ ਪ੍ਰੈਸ਼ਰ ਜਿਹੜਾ ਸੀਗਾ ਉਹਨਾਂ 'ਤੇ ਬਣਦਾ ਗਿਆ। ਕੱਲ੍ਹ ਜਦੋਂ ਉਹਨਾਂ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਵਿੱਚ ਆ ਕੇ ਉਹਨਾਂ ਪਹਿਲਾਂ ਤਾਂ ਲੋਕਾਂ ਤੋਂ ਮਾफ़ੀ ਮੰਗੀ, ਪਰ ਥੋੜ੍ਹੀ ਦੇਰ ਬਾਅਦ ਹੀ ਉਹਨਾਂ ਨੇ ਉਸੇ ਸਟੇਟਮੈਂਟ ਨੂੰ ਕੁਆਲੀਫਾਈ ਕਰਦਿਆਂ ਹੋਇਆਂ ਇਹ ਗੱਲ ਕਹੀ, ਕਹਿੰਦੇ ਜੀ ਵੀ ਉਹ ਸੌਰੀ ਮਹਿਸੂਸ ਕਰਦੇ ਆ ਓਪਨ ਫॉर ਗੁੱਡ,
ਜਿਹੜਾ ਉਹਨਾਂ ਨੇ ਕਿਹਾ, ਨਾ ਕਿ ਇਸ ਗੱਲ ਲਈ ਸੌਰੀ ਮਹਿਸੂਸ ਕਰਦੇ ਆ ਕਿ ਓਪਨ ਫॉर ਸਮਰ ਪਲਾਨ। ਹੁਣ ਇਹ ਤੁਸੀਂ ਖੁਦ ਸਮਝ ਲਓ ਕਿ ਇਹਦਾ ਕੀ ਮਤਲਬ ਨਿਕਲਦਾ। ਗੱਲ ਹੈ ਜੀ ਵੀ ਜਿਉਂ ਉਹਨਾਂ ਨੇ ਰਿਸਟ੍ਰਿਕਸ਼ਨਸ ਇੱਥੇ ਅਲਬਰਟਾ 'ਚ ਹਟਾਈਆਂ ਨੇ, ਲੋਕਾਂ ਦਾ ਮਿਲਣਾ ਗਿਲਣਾ ਜਾਂ ਵੱਡੀਆਂ ਗੈਦਰਿੰਗਸ ਹੋਣੀਆਂ ਆਰੰਭ ਹੋਈਆਂ ਨੇ, ਔਰ ਬਹੁਤ ਸਾਰੇ ਲੋਕ ਜਿੱਦਾਂ 30% ਦੇ ਕਰੀਬ ਹੈ ਜੀ ਜਿਨ੍ਹਾਂ ਨੇ ਹਜੇ ਵੈਕਸੀਨ ਦੇ ਟੀਕੇ ਨਹੀਂ ਲਗਵਾਏ, ਔਰ ਅੱਜ ਕੱਲ੍ਹ ਹੁਣ ਉਹਨਾਂ ਦੀ ਹੀ ਗਿਣਤੀ ਜਿਹੜੀ ਹੈ ਜ਼ਿਆਦਾ ਦੱਸੀ ਜਾ ਰਹੀ ਹੈ ਕਿ ਹੌਸਪੀਟਲ ਦੇ ਵਿੱਚ ਅਨਵੈਕਸੀਨੇਟਡ ਲੋਕ ਜ਼ਿਆਦਾ ਅਫੈਕਟ ਹੋ ਰਹੇ ਨੇ। ਔਰ ਡਾਕਟਰਾਂ ਦੇ ਕਹਿਣ ਮੁਤਾਬਕ ਕਿ ਯੰਗ ਉਮਰ ਦੇ ਜਿਹੜੇ ਲੋਕ ਹੈ ਜੀ ਉਹ ਵੀ ਬਿਮਾਰ ਜ਼ਿਆਦਾ ਹੋ ਰਹੇ ਨੇ ਔਰ ਜ਼ਿਆਦਾ ਦੇਰ ICU ਦੇ ਵਿੱਚ ਉਹ ਰਹਿ ਰਹੇ ਨੇ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦਿਆਂ ਹੋਇਆਂ ਕੱਲ੍ਹ ਜੇਸਨ ਕੈਨੀ ਹੋਰੀ ਵੀ ਔਰ ਅਲਬਰਟਾ ਦੀ ਚੀਫ ਮੈਡੀਕਲ ਆਫਿਸਰ ਡੀਨਾ ਹਿੰਚਾ, ਉਹਨਾਂ ਨੇ ਵੀ ਆਪਣੀ ਇਸ ਗੱਲ ਨੂੰ ਮੰਨਿਆ ਕਿ ਜਿਹੜਾ ਅਸੀਂ ਇਹ ਓਪਨ ਫॉर ਸਮਰ ਵਾਲੀ ਗੱਲ ਕੀਤੀ ਸੀ, ਉਹਦੇ ਨਾਲ ਕੀ ਹੋਇਆ ਵੀ ਇਹ ਜਿਹੜੀ ਟਰਜੈਕਟਰੀ ਆ ਕੇਸਾਂ ਦੇ ਵਧਣ ਵਾਲੀ, ਇਹ ਉੱਪਰ ਨੂੰ ਹੀ ਗਈ ਆ। ਉਹ ਸਾਡਾ ਕਦਮ ਗਲਤ ਸੀਗਾ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦਿਆਂ ਹੋਇਆ ਹੁਣ ਇਹਨਾਂ ਨੇ ਕਿਹਾ ਜੀ ਵੀ ਰਿਸਟ੍ਰਿਕਸ਼ਨ ਐਗਜ਼ੰਪਸ਼ਨ ਪ੍ਰੋਗਰਾਮ ਲਿਆਂਦਾ, ਜਿਹਦੇ ਵਿੱਚ ਇਹ ਨਹੀਂ ਕਿਹਾ ਗਿਆ ਵੀ ਤੁਸੀਂ ਵੈਕਸੀਨ ਪਾਸਪੋਰਟ ਜਿਹੜਾ ਕਿ ਜਿਵੇਂ ਓਨਟੇਰੀਓ, ਕੁਬੈਕ ਅਤੇ ਹੋਰ ਸੂਬਿਆਂ ਦੇ ਵਿੱਚ ਲਾਗੂ ਹੋਇਆ, ਉਹ ਪਤਾ ਨਹੀਂ ਕਿਹੜੀ ਗੱਲੋਂ ਜੇਸਨ ਕੈਨੀ ਹੋਰੀ ਡਰਦੇ ਨੇ ਕਿ ਉਹ ਵੈਕਸੀਨ ਪਾਸਪੋਰਟ ਕਹਿਣ ਤੋਂ ਕਿ ਉਹਨਾਂ ਉਸ ਗੱਲ ਦੀ ਵਿਰੋਧਤਾ ਹੋਏਗੀ। ਸੋ ਉਹਨਾਂ ਨੇ ਕਿਹਾ ਜੀ ਇਹ ਰਿਸਟ੍ਰਿਕਸ਼ਨ ਐਗਜ਼ੰਪਸ਼ਨ ਹੋਣਗੀਆਂ। ਉਹ ਕਿਵੇਂ ਆ ਜੀ ਵੀ ਜਿਹੜੇ ਤੁਸੀਂ ਅਗਰ ਕਿਸੇ ਬਿਜ਼ਨਸਿਸ ਦੇ ਵਿੱਚ ਜਾਣਾ ਆ, ਕੋਈ ਰੀਟੇਲ ਸਟੋਰ ਹੈ ਜਾਂ ਹੋਰ ਰੈਸਟੋਰੈਂਟ ਵਗੈਰਾ ਜਾਣਾ ਆ, ਉੱਥੇ ਉਹਨਾਂ ਨੇ ਰਿਸਟ੍ਰਿਕਸ਼ਨਸ ਹੁਣ ਲੈ ਆਂਦੀਆਂ ਨੇ ਭਈ ਕਿੰਨੇ ਬੰਦੇ ਜਾ ਸਕਦੇ ਨੇ। ਬੜੀ ਲੰਬੀ ਚੌੜੀ ਉਹ ਡਿਟੇਲ ਆ ਹਰੇਕ ਨੂੰ। ਕੱਲ੍ਹ ਰਾਤੀ ਜਦੋਂ ਉਹਨਾਂ ਨੇ ਉਹ ਟੈਕਸਟ ਮੈਸੇਜ ਭੇਜਿਆ ਜੀ, ਉਹਦੇ ਵਿੱਚ ਡਿਟੇਲਸ ਪਈਆਂ ਨੇ, ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਉਹ ਸਾਰੀਆਂ ਦੇਖ ਸਕਦੇ ਹੋ। ਪਰ ਲੋਕ ਇੱਦਾਂ ਉਸ ਗੱਲ ਨੂੰ ਸਾਰੇ ਦੇਖ ਰਹੇ ਵੀ ਇਹਦੇ ਨਾਲ ਤਾਂ ਪਹਿਲਾਂ ਨਾਲੋਂ ਜ਼ਿਆਦਾ ਕਨਫਿਊਜ਼ਨ ਕ੍ਰੀਏਟ ਕੀਤਾ ਜਾ ਰਿਹਾ, ਰਾਦਰ ਦੈਨ ਭਈ ਲੋਕਾਂ ਕੋਲ ਇੱਕ ਵੈਕਸੀਨ ਪਾਸਪੋਰਟ ਹੋਵੇ ਤਾਂ ਉਹ ਦਿਖਾ ਕੇ ਜਾ ਸਕਦੇ ਆ। ਪਰ ਹੁਣ ਕਈ ਥਾਈਂ ਤੁਹਾਨੂੰ ਉਹ ਦਿਖਾਲਣਾ ਪੈਂਦਾ, ਮਤਲਬ ਸਬੂਤ ਦੇਣਾ ਪਏਗਾ ਵੀ ਤੁਹਾਡੇ ਵੈਕਸੀਨ ਦੇ ਟੀਕੇ ਲੱਗੇ ਆ। ਕਈਆਂ ਥਾਂ 'ਤੇ ਤੁਹਾਨੂੰ ਜਿਹੜਾ ਨੈਗੇਟਿਵ ਟੈਸਟ ਵਾਲੀ ਗੱਲ ਜਿਹੜੀ ਆ ਸ਼ੋਅ ਕਰਨੀ ਪਏਗੀ। ਜਿਨ੍ਹਾਂ ਨੇ ਵੈਕਸੀਨ ਦੇ ਟੀਕੇ ਨਹੀਂ ਲਗਵਾਏ ਉਹਨਾਂ ਨੂੰ ਇਹ ਨੈਗੇਟਿਵ ਰਿਜ਼ਲਟ ਜਿਹੜਾ ਉਹ ਸ਼ੋਅ ਕਰਨਾ ਪਏਗਾ, ਔਰ ਉਹ ਵੀ ਕਿਸੇ ਪ੍ਰਾਈਵੇਟ ਲੈਬ ਤੋਂ, ਨਾ ਕਿ ਅਲਬਰਟਾ ਹੈਲਥ ਸਰਵਿਸਿਜ਼ ਤੋਂ, ਬਾਹਰੋਂ ਉਹਨਾਂ ਨੂੰ ਕਰਵਾਉਣਾ ਪਏਗਾ ਉਹ ਟੈਸਟ ਜਿਹੜਾ ਹੈਗਾ, ਔਰ ਉਹ ਵੀ ਕੁਝ ਘੰਟੇ ਜਿਹੜਾ ਪਹਿਲਾਂ ਉਹਨਾਂ ਨੂੰ ਮਤਲਬ ਕਰਵਾਉਣਾ ਪਏਗਾ ਟੈਸਟ, ਜਿਹੜਾ ਆਮ ਟਾਈਮ ਪੀਰੀਅਡ ਹੁੰਦਾ ਜੀ। ਸੋ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ। ਪਰ ਕੈਲਗਰੀ ਦੇ ਇੱਕ MLA ਆ UCP ਦਾ ਹੀ, ਰਿਚਰਡ ਗੌਟਫਰੀਡ, ਫਿਸ਼ ਕ੍ਰੀਕ ਕੈਲਗਰੀ ਤੋਂ ਉਹ ਹੈ ਨੇ MLA। ਉਹ ਕਹਿੰਦੇ ਜੀ ਵੀ ਮੈਨੂੰ ਤਕਰੀਬਨ ਮਹੀਨੇ ਤੋਂ ਉੱਤੇ ਹੋ ਚੁੱਕਾ ਜਿਹੜਾ ਮੈਂ ਇਹਨਾਂ ਨੂੰ ਕਹਿ ਰਿਹਾ ਸੀ ਕਿ ਤੁਸੀਂ ਇਹ ਰਿਸਟ੍ਰਿਕਸ਼ਨਸ ਲਿਆਓ, ਵਰਨਾ ਇਹ ਨੰਬਰ ਵੱਧ ਜਾਣੇ ਆ ਔਰ ਬਹੁਤ ਸਾਰੀਆਂ ਜਿਹੜੀਆਂ ਇਨੋਸੈਂਟ ਜਾਨਾਂ ਹੈਗੀਆਂ ਲੋਕਾਂ ਦੀਆਂ ਉਹ ਜਾਣਗੀਆਂ, ਯਾਨੀ ਕਿ ਮੌਤਾਂ ਹੋ ਜਾਣੀਆਂ। ਹੁਣ ਕੱਲ੍ਹ 24 ਘੰਟਿਆਂ ਵਿੱਚ 24 ਮੌਤਾਂ ਹੋਈਆਂ ਨੇ। ਸੋ ਇਹਨਾਂ ਗੱਲਾਂ ਨੂੰ ਉਹ ਕਹਿੰਦਾ ਪਰ ਕਿਸੇ ਦੇ ਕੰਨ 'ਤੇ ਜੂੰ ਨਹੀਂ ਸਰਕੀ। ਇੱਦਾਂ ਲੱਗਦਾ ਸੀ ਵੀ ਕੋਈ ਲੀਡਰਸ਼ਿਪ ਹੈ ਹੀ ਨਹੀਂ ਅਲਬਰਟਾ ਦੇ ਵਿੱਚ, ਕਿਉਂਕਿ ਅਗਸਤ ਮਹੀਨੇ ਜਿਵੇਂ ਤੁਹਾਨੂੰ ਦੱਸਿਆ ਕਿ ਜੇਸਨ ਕੈਨੀ ਹੋਰੀ ਆਏ ਨਹੀਂ, ਫਿਰ ਜਿਸ ਦਿਨ ਫੇਸਬੁੱਕ 'ਤੇ ਆ ਕੇ ਅਪੀਅਰ ਹੋਏ ਆ ਉਦਣ ਹੀ ਉਹਨਾਂ ਨੇ ਇਹ ਗੱਲਬਾਤ ਜਿਹੜੀ ਜੀ ਕਿਹਾ ਵੀ ਹਾਂ ਸਾਨੂੰ ਇਹਦੇ 'ਤੇ ਗੌਰ ਕਰਨੀ ਪਏਗੀ। ਫਿਰ ਇਹਨਾਂ ਦੀ ਜਿਹੜੀ ਆ ਕੈਬਨਿਟ ਦੀ ਮੀਟਿੰਗ ਕੀਤੀ ਗਈ ਆ। ਸੋ ਇਸ ਗੱਲ ਨੂੰ ਲੈ ਕੇ ਉਹ ਗੌਟਫਰੀਡ ਕਹਿ ਰਿਹਾ ਕਿ ਮੇਰਾ ਕਿਹਾ ਬਹੁਤ ਦੇਰ ਤੋਂ ਮੈਂ ਇਹਨਾਂ ਨੂੰ ਕਹਿੰਦਾ ਆ ਰਿਹਾ ਸੀ ਵੀ ਇਸ ਤਰ੍ਹਾਂ ਹੋਣ ਵਾਲੀ ਆ ਗੱਲ, ਪਰ ਉਹ ਕਹਿੰਦਾ ਕਿਸੇ ਨੇ ਗੱਲ ਹੀ ਗੌਲੀ। ਪਰ ਚਲੋ ਹੁਣ ਕਹਿੰਦਾ ਘੱਟੋ ਘੱਟ ਇਹਨਾਂ ਨੇ ਉਸ ਗੱਲ ਨੂੰ ਪਛਾਣ ਲਿਆ ਤਾਂ ਉਹਦੇ 'ਤੇ ਐਕਟ ਕਰਨ ਤਾਂ ਕਿ ਹੋਰ ਲੋਕ ਜਿਹੜੇ ਆ ਉਹਨਾਂ ਦੀਆਂ ਜਾਨਾਂ ਨਾ ਜਾਣ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮੰਟਨ। ਹੈਲਥ ਕੈਨੇਡਾ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ mRNA ਦੇ ਦੋਵੇਂ ਟੀਕਿਆਂ ਨੂੰ ਦੇਸ਼ ਦੇ ਵਿੱਚ 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਦੇ ਲਈ ਰਸਮੀ ਤੌਰ ਦੇ ਉੱਤੇ ਪੂਰੀ ਪ੍ਰਵਾਨਗੀ ਦਿੱਤੀ ਗਈ ਹੈ। ਫਾਈਜ਼ਰ ਬਾਇਓਐਨਟੈਕ ਦੀ ਵੈਕਸੀਨ ਨੂੰ ਸ਼ੁਰੂ ਦੇ ਵਿੱਚ 9 ਦਸੰਬਰ 2020 ਨੂੰ ਅੰਤਰੀਮ ਆਦੇਸ਼ ਦੇ ਤਹਿਤ ਕੈਨੇਡਾ ਦੇ ਵਿੱਚ ਵਰਤੋਂ ਲਈ ਪ੍ਰਵਾਨਗੀ ਦਿੱਤੀ ਗਈ। ਕਈ ਵੈਕਸੀਨ ਦੇ ਨਾਮ ਤਬਦੀਲ ਕਰਨ ਦੀ ਗੱਲ ਜਿਹੜੀ ਹੈ ਉਹ ਆਖੀ ਜਾ ਰਹੀ ਹੈ, ਪਰ ਸਿਰਫ ਨਾਮ ਹੀ ਤਬਦੀਲ ਹੋਣਗੇ, ਵੈਕਸੀਨ ਦੇ ਵਿੱਚ ਕੋਈ ਸੋਧ ਨਹੀਂ ਹੋਵੇਗੀ। ਰਿਪੋਰਟ ਤੇ ਨਜ਼ਰ। ਹੈਲਥ ਕੈਨੇਡਾ ਦੇ ਵੱਲੋਂ
ਹੈਲਥ ਕੈਨੇਡਾ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਫਾਈਜ਼ਰ ਬਾਇਓਐਨਟੈਕ ਤੇ ਮੋਡਰਨਾ ਦੇ mRNA ਟੀਕੇ ਦੋਵਾਂ ਨੂੰ ਦੇਸ਼ ਦੇ ਵਿੱਚ 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਜਿਹੜੇ ਬੱਚੇ ਨੇ ਇਸ ਤੇ ਕਿਸੇ ਵੀ ਵਿਅਕਤੀ ਲਈ ਰਸਮੀ ਤੌਰ ਤੇ ਪੂਰੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਫੈਸਲਾ ਦੋਵਾਂ ਟੀਕਿਆਂ ਦੇ ਅੰਤਰੀਮ ਆਰਡਰ ਦੀ ਵੀਰਵਾਰ ਨੂੰ ਮਿਆਦ ਖਤਮ ਹੋਣ ਤੋਂ ਬਾਅਦ ਆਇਆ ਹੈ। ਪੂਰਵ ਕਲੀਨਿਕਲ ਤੇ ਉਹਨਾਂ ਦੇ ਆਧਾਰ ਤੇ ਕੋਵਿਡ-19 ਮਹਾਮਾਰੀ ਦੇ ਦੌਰਾਨ ਸੁਰੱਖਿਆ ਪ੍ਰਦਾਨ ਕਰਨ ਦੇ ਵਿੱਚ ਸਹਾਇਤਾ ਲਈ ਪੂਰੇ ਕੈਨੇਡਾ ਦੇ ਵਿੱਚ ਟੀਕੇ ਦੀਆਂ ਖੁਰਾਕਾਂ ਦੇ ਜ਼ਰੂਰੀ ਤੇ ਤੇਜ਼ ਰੋਲ ਆਊਟ ਦੀ ਇਜਾਜ਼ਤ ਦਿੱਤੀ ਗਈ ਹੈ। ਫਾਈਜ਼ਰ ਬਾਇਓਐਨਟੈਕ ਦੀ ਵੈਕਸੀਨ ਨੂੰ ਸ਼ੁਰੂ ਕਰਨ ਦੇ ਵਿੱਚ 9 ਦਸੰਬਰ 2020 ਨੂੰ ਅੰਤਰੀਮ ਆਦੇਸ਼ ਦੇ ਤਹਿਤ ਕੈਨੇਡਾ ਵਿੱਚ ਵਰਤੋਂ ਲਈ ਅਧਿਕਾਰਤ ਕੀਤਾ ਗਿਆ ਹੈ। ਵੈਕਸੀਨ ਦੀ ਅਗਵਾਈ ਕਰ ਰਹੇ ਫਾਈਜ਼ਰ ਕੈਨੇਡਾ ਨੇ ਕਿਹਾ ਹੈ ਕਿ ਸਾਡੇ ਦੁਆਰਾ ਪੇਸ਼ ਕੀਤੇ ਗਏ ਅੰਡਰ ਐਨ ਇੰਟਰੀਮ ਸਮੇਂ ਦੇ ਫੋਲੋ-ਅਪ ਦੇ ਆਧਾਰ ਤੇ ਹੈਲਥ ਕੈਨੇਡਾ ਦੁਆਰਾ ਅੱਜ ਦਾ ਫੈਸਲਾ ਸਾਡੀ ਵੈਕਸੀਨ ਦੀ ਪ੍ਰਗਤੀਸ਼ੀਲਤਾ ਦੇ ਉੱਤੇ ਸੁਰੱਖਿਆ ਪ੍ਰੋਫਾਈਲ ਦੀ ਪੁਸ਼ਟੀ ਕਰਦਾ ਹੈ ਜਦੋਂ ਇਸ ਦੀ ਤੁਰੰਤ ਜ਼ਰੂਰਤ ਹੁੰਦੀ ਹੈ। ਹਾਲਾਂਕਿ ਯੋਗ ਕੈਨੇਡੀਅਨਾਂ ਦੀ ਇੱਕ ਮਹੱਤਵਪੂਰਨ ਸੰਖਿਆ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਜਾ ਚੁੱਕਾ ਹੈ। ਅਜੇ ਵੀ ਬਹੁਤ ਸਾਰਾ ਕੰਮ ਕੀਤਾ ਜਾਣਾ ਬਾਕੀ ਹੈ ਕਿਉਂਕਿ ਦੇਸ਼ ਭਰ ਦੇ ਵਿੱਚ ਲਾਗ ਤੇ ਹਸਪਤਾਲ ਦੇ ਵਿੱਚ ਦਾਖਲ ਹੋਣ ਦੀਆਂ ਦਰਾਂ ਲਗਾਤਾਰ ਵਧ ਰਹੀਆਂ ਨੇ। ਮੁੱਖ ਤੌਰ ਤੇ ਬਿਨਾਂ ਟੀਕਾ ਲਗਾਏ ਵੱਡੀ ਆਬਾਦੀ ਦੇ ਵਿੱਚ ਮੋਡਰਨਾ ਨੇ ਮਨਜ਼ੂਰੀ ਨੂੰ ਇੱਕ ਮਹੱਤਵਪੂਰਨ ਮੀਲ ਪੱਥਰ ਕਿਹਾ ਹੈ। ਮੋਡਰਨਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਟੀਫਨ ਬਾਂਸਲ ਨੇ ਕਿਹਾ ਹੈ ਕਿ ਮੈਂ ਹੈਲਥ ਕੈਨੇਡਾ ਦੀ ਸਾਰੀ ਪ੍ਰਕਿਰਿਆ ਦੌਰਾਨ ਉਹਨਾਂ ਦੀ ਸਖਤ ਮਿਹਨਤ ਲਈ ਧੰਨਵਾਦ ਕਰਨਾ ਚਾਹੁੰਦਾ ਉਸ ਸਾਂਝੇਦਾਰੀ ਲਈ ਵੀ ਜੋ ਉਹਨਾਂ ਨੇ ਬਣਾਈ ਹੈ। ਕੋਵਿਡ-19 ਮਹਾਮਾਰੀ ਦੇ ਨਾਲ ਨਜਿੱਠਣ ਵਿੱਚ ਸਾਡੇ mRNA ਪਲੇਟਫਾਰਮ ਦੇ ਵਿੱਚ ਉਹਨਾਂ ਦੇ ਭਰੋਸੇ ਲਈ ਮੋਡਰਨਾ ਟੀਕਾ ਅਸਲ ਵਿੱਚ ਕੈਨੇਡਾ ਵਿੱਚ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਅੰਤਰੀਮ ਆਦੇਸ਼ ਦੇ ਅਧੀਨ ਹੈਲਥ ਕੈਨੇਡਾ ਦੁਆਰਾ 23 ਦਸੰਬਰ 2020 ਨੂੰ ਦਿੱਤੀ ਗਈ ਸੀ। 27 ਅਗਸਤ ਨੂੰ ਹੈਲਥ ਕੈਨੇਡਾ ਨੇ 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਬਾਲਗਾਂ ਨੂੰ ਸ਼ਾਮਿਲ ਕਰਨ ਲਈ ਅੰਤਰੀਮ ਆਦੇਸ਼ ਪ੍ਰਮਾਣਿਤਤਾ ਦਾ ਵਿਸਥਾਰ ਕੀਤਾ। ਐਸਟਰਾਜ਼ੇਨੇਕਾ ਕੋਵਿਡ-19 ਟੀਕਾ ਅਜੇ ਵੀ ਅੰਤਰੀਮ ਆਦੇਸ਼ ਅਧੀਨ ਅਧਿਕਾਰਤ ਹੈ ਤੇ ਸਮੀਖਿਆ ਅਧੀਨ ਹੈ। ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਫੂਡ ਐਂਡ ਡਰੱਗ ਰੈਗੂਲੇਸ਼ਨ ਦੇ ਵਿੱਚ ਤਬਦੀਲ ਨਹੀਂ ਕੀਤਾ ਗਿਆ ਸੀ ਜਦੋਂ ਅੰਤਰੀਮ ਆਦੇਸ਼ ਵੀਰਵਾਰ ਨੂੰ ਖਤਮ ਹੋ ਗਿਆ ਸੀ। ਹੈਲਥ ਕੈਨੇਡਾ ਨੇ 3 ਕੋਵਿਡ-19 ਟੀਕਿਆਂ ਦੇ ਨਾਮ ਬਦਲਣ ਨੂੰ ਅਧਿਕਾਰਤ ਕੀਤਾ ਹੈ ਜਿਸ ਦੇ ਵਿੱਚ ਫਾਈਜ਼ਰ ਬਾਇਓਐਨਟੈਕ ਮੋਡਰਨਾ ਤੇ ਐਸਟਰਾਜ਼ੇਨੇਕਾ ਸ਼ਾਮਿਲ ਹੈ। ਫਾਈਜ਼ਰ ਬਾਇਓਐਨਟੈਕ ਵੈਕਸੀਨ ਦਾ ਨਾਮ ਹੁਣ ਕਮਿਊਨਿਟੀ, ਮੋਡਰਨਾ ਟੀਕੇ ਦਾ ਨਾਮ ਸਪਾਈਕਵੈਕਸ ਤੇ ਐਸਟਰਾਜ਼ੇਨੇਕਾ ਟੀਕੇ ਦਾ ਨਾਮ ਵੈਕਸੀਵੀਰ ਹੋਵੇਗਾ। ਹੈਲਥ ਕੈਨੇਡਾ ਨੇ ਦੱਸਿਆ ਕਿ ਸਿਰਫ ਨਾਂ ਬਦਲਾਅ ਹੈ ਪਰ ਟੀਕੇ ਦੇ ਵਿੱਚ ਕੋਈ ਸੋਧ ਨਹੀਂ ਕੀਤੀ ਗਈ। ਉਹਨਾਂ ਟਵਿੱਟਰ ਤੇ ਵੀ ਲਿਖਿਆ ਹੈ ਕਿ ਕੈਨੇਡਾ ਦੇ ਵਿੱਚ ਅਧਿਕਾਰਤ ਸਾਰੀਆਂ ਕੋਵਿਡ-19 ਟੀਕੇ ਸੁਰੱਖਿਅਤ, ਪ੍ਰਭਾਵਸ਼ਾਲੀ ਤੇ ਉੱਚ ਗੁਣਵੱਤਾ ਵਾਲੇ ਸਾਬਿਤ ਹੋਏ ਨੇ। ਨਵੇਂ ਨਾਮ ਪਹਿਲਾਂ ਹੀ EU ਤੇ ਸੰਯੁਕਤ ਯੂਨਾਈਟਿਡ ਸਟੇਟ ਦੇ ਵਿੱਚ ਵਰਤੇ ਜਾ ਰਹੇ ਨੇ। 9 ਸਤੰਬਰ ਤੱਕ ਕੈਨੇਡਾ ਦੀ ਕੇਂਦਰੀ ਵੈਕਸੀਨ ਵਸਤੂ ਸੂਚੀ ਦੇ ਵਿੱਚ ਸਿਰਫ 10.5 ਮਿਲੀਅਨ ਕੋਵਿਡ-19 ਟੀਕੇ ਦੀਆਂ ਖੁਰਾਕਾਂ ਨੇ। ਫਾਈਜ਼ਰ ਦੀ ਵੈਕਸੀਨ ਜਿਸ ਨੂੰ ਹੁਣ ਕਮਿਊਨਿਟੀ ਕਿਹਾ ਜਾਂਦਾ ਹੈ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਮਨਜ਼ੂਰ ਸ਼ੁਦਾ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਐਜੂਕੇਸ਼ਨ ਵਰਕਰਜ਼ ਵਿਦਿਆਰਥੀਆਂ ਤੇ ਪਰਿਵਾਰਾਂ ਨੂੰ ਸੇਫ ਰੱਖਣ ਦੇ ਲਈ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਸਾਰੇ ਸਟਾਫ ਦੇ ਲਈ ਵੈਕਸੀਨ ਯਕੀਨੀ ਬਣਾਉਣ ਦਾ ਐਲਾਨ ਕੀਤਾ ਹੈ। ਇੱਕ ਰਿਲੀਜ਼ ਦੇ ਵਿੱਚ TDSB ਨੇ ਆਖਿਆ ਹੈ ਕਿ ਸਾਰੇ EMPLOYEES, ਟਰਸਟੀਜ਼ ਤੇ ਜਿਨ੍ਹਾਂ ਦਾ ਸਟਾਫ ਤੇ ਵਿਦਿਆਰਥੀਆਂ ਦੇ ਨਾਲ ਸਿੱਧਾ ਰਾਬਤਾ ਹੈ ਉਹ ਤੇ ਉਹਨਾਂ ਤੋਂ ਇਲਾਵਾ ਸਾਰੇ ਵਿਦਿਆਰਥੀਆਂ ਨੂੰ ਇਸ ਸਾਲ ਦੀ 1 ਨਵੰਬਰ ਤੱਕ ਹਰ ਹਾਲ ਦੇ ਵਿੱਚ ਕੋਵਿਡ-19 ਦੇ ਖਿਲਾਫ ਵੈਕਸੀਨੇਸ਼ਨ ਕਰਾਉਣੀ ਜ਼ਰੂਰੀ ਹੋਵੇਗੀ। ਹਿਊਮਨ ਰਾਈਟਸ ਕੋਡ ਦੇ ਤਹਿਤ ਛੋਟ ਲੈਣ ਵਾਲਿਆਂ ਨੂੰ ਪਹਿਲਾਂ ਮਨਜ਼ੂਰੀ ਲੈਣੀ ਹੋਵੇਗੀ। ਇਹ ਵੀ ਆਖਿਆ ਗਿਆ ਹੈ ਕਿ ਜਿਹੜੇ ਵਿਅਕਤੀ ਵੈਕਸੀਨ ਦੀ ਇਸ ਸ਼ਰਤ ਨੂੰ ਪੂਰਾ ਨਹੀਂ ਕਰਨਗੇ ਉਹਨਾਂ ਦੇ ਖਿਲਾਫ ਸਖਤ ਅਨੁਸ਼ਾਸਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ, ਇੱਥੋਂ ਤੱਕ ਕਿ ਉਹਨਾਂ ਨੂੰ ਨੌਕਰੀ ਤੋਂ ਵੀ ਕੱਢਿਆ ਜਾ ਸਕਦਾ ਹੈ। ਇਸ ਦੌਰਾਨ ਇਹ ਵੀ ਆਖਿਆ ਗਿਆ ਹੈ ਕਿ ਜਿਨ੍ਹਾਂ ਨੇ ਵੈਕਸੀਨੇਸ਼ਨ ਨਹੀਂ ਕਰਵਾਈ ਹੈ ਤੇ ਜਾਂ ਜਿਹੜੇ ਆਪਣੀ ਵੈਕਸੀਨੇਸ਼ਨ ਦਾ ਸਟੇਟਸ ਸਾਂਝਾ ਨਹੀਂ ਕਰਨਾ ਚਾਹੁੰਦੇ ਉਹਨਾਂ ਨੂੰ ਟੈਸਟਿੰਗ ਕਰਵਾਉਣੀ ਹੋਵੇਗੀ ਤੇ ਹਫਤੇ ਦੇ 2 ਦਿਨ ਨੈਗੇਟਿਵ ਰਿਜ਼ਲਟ ਵਿਖਾਉਣੇ ਹੋਣਗੇ। ਟੋਰਾਂਟੋ ਪਬਲਿਕ ਹੈਲਥ ਨੇ ਆਖਿਆ ਸੀ ਕਿ ਉਹਨਾਂ ਦੇ 2 ਦਰਜਨ ਸਕੂਲਾਂ ਦੇ ਉੱਤੇ ਜਿਹੜੇ ਕੰਟੈਕਟ ਟ੍ਰੇਸਿੰਗ ਤੇ ਜਾਂਚ ਕਰਵਾਈ ਜਾ ਰਹੀ ਹੈ। ਜੋ ਫਿਲਹਾਲ ਦੇਖਦੇ ਹਾਂ ਅੱਗੇ ਸਾਡੇ ਸੀਨੀਅਰ ਪੱਤਰਕਾਰ ਜਸਕਰਨ ਸਹੋਤਾ ਦੀ ਗੱਲ ਅੱਜ ਦੀ ਗੱਲ ਦੋਸਤੋ ਕੈਨੇਡਾ ਦੀ ਇਲੈਕਸ਼ਨ ਦੇ ਵਿੱਚ ਕੁਝ ਦਿਨ ਰਹਿ ਗਏ ਆ। ਸਾਰੇ ਪਾਸੇ ਹੁਣ ਚਰਚਾ ਚੱਲ ਰਹੀ ਹੈ ਕਿ ਕਿਹਨੇ ਜਿੱਤਣਾ, ਕੌਣ ਕੈਨੇਡਾ ਦਾ ਪ੍ਰਧਾਨ ਮੰਤਰੀ ਬਣੂਗਾ। ਇਸ ਵੇਲੇ ਜਿਹੜੀ ਪ੍ਰੋਜੈਕਸ਼ਨ ਸਾਹਮਣੇ ਆ ਰਹੀ ਹੈ ਉਹਦੇ ਵਿੱਚ ਲਿਬਰਲ ਨੂੰ 144 ਸੀਟਾਂ ਦਿੱਤੀਆਂ ਜਾ ਰਹੀਆਂ, ਕੰਜ਼ਰਵੇਟਿਵ ਨੂੰ 128, NDP ਤੇ ਬਲਾਕ ਕੁਇਕਵਾ ਨੂੰ 32 ਤੇ ਗ੍ਰੀਨ ਪਾਰਟੀ ਨੂੰ 2। 338 ਕੈਨੇਡਾ ਦੀ ਇਹ ਪ੍ਰੈਡਿਕਸ਼ਨ ਆ ਕਿ ਕਿਸੇ ਨੂੰ ਵੀ ਅਜੇ ਤੱਕ ਹੁਣ ਤੱਕ ਅੱਜ ਦੀ ਡੇਟ ਵਿੱਚ ਮੈਜੋਰਿਟੀ ਨਹੀਂ ਮਿਲਣੀ ਤੇ ਲਿਬਰਲ ਆਪਣੀਆਂ ਪਹਿਲੀਆਂ ਸੀਟਾਂ ਨਾਲੋਂ ਵੀ ਘੱਟ ਜਾਊਗੀ। ਇਹਦੇ ਨਾਲ ਚਰਚਾ ਇਹ ਵੀ ਚੱਲ ਰਹੀ ਆ ਕਿ ਜਸਟਿਨ ਟਰੂਡੋ ਵੱਡੇ ਲੀਡਰ ਵਜੋਂ ਉੱਭਰ ਰਹੇ ਆ ਔਰ ਖਾਸ ਗੱਲ ਜਿਹੜੀ ਅੱਜ ਚਰਚਾ ਦੇ ਵਿੱਚ ਆ ਕਿ ਫਾਰਮਰ US ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਉਹਨਾਂ ਨੂੰ ਅੰਡੋਸ ਕੀਤਾ, ਉਹਨਾਂ ਦੀ ਸਿਫਤ ਕੀਤੀ ਹੈ, ਕਿਹਾ ਕਿ ਬਹੁਤ ਵੱਡੇ ਲੀਡਰ ਨੇ। ਫੈਡਰਲ ਲਿਬਰਲ ਲੀਡਰ ਜਸਟਿਨ ਟਰੂਡੋ ਆਪਣੇ ਆਪ ਦੇ ਵਿੱਚ ਇੱਕ ਸਿਰਫ ਕੈਨੇਡਾ ਦੇ ਵਿੱਚ ਹੀ ਪ੍ਰਸਿੱਧ ਨਹੀਂ ਆ, ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਇੱਕ ਲੀਡਰ ਵਜੋਂ ਨਾਂ ਜਾਣਿਆ ਜਾਂਦਾ। ਸੋ 20 ਸਤੰਬਰ ਦੀ ਇਲੈਕਸ਼ਨ ਦੇ ਲਈ ਉਹਨਾਂ ਨੇ ਅੱਜ ਟਵੀਟ ਕੀਤਾ ਆ ਕਿ ਮੈਂ ਆਪਣੇ ਦੋਸਤ ਜਸਟਿਨ ਟਰੂਡੋ ਨੂੰ ਸ਼ੁਭ ਇਛਾਵਾਂ ਦਿੰਦਾ ਕੈਨੇਡਾ ਦੀ ਆਉਣ ਵਾਲੀ ਇਲੈਕਸ਼ਨ ਦੇ ਲਈ। ਉਹਨਾਂ ਨੇ ਆਪਣੇ ਟਵਿੱਟਰ ਦੇ ਉੱਤੇ ਲਿਖਿਆ ਕਿ ਜਿਹੜੇ ਜਸਟਿਨ ਟਰੂਡੋ ਨੇ
ਸਿਰਫ ਇੱਕ ਇਫੈਕਟਿਵ ਲੀਡਰ ਹੀ ਨਹੀਂ ਸਗੋਂ ਇੱਕ ਬੜੀ ਸਟਰੋਂਗ ਵੌਇਸ ਨੇ ਜਿਹੜੀਆਂ ਲੋਕਤੰਤਰਿਕ ਕਦਰਾਂ ਕੀਮਤਾਂ ਹੁੰਦੀਆਂ, ਡੈਮੋਕ੍ਰੈਟਿਕ ਵੈਲਿਊਜ਼ ਹੁੰਦੀਆਂ। ਉਹ ਕਹਿੰਦੇ ਮੈਨੂੰ ਮਾਣ ਆ ਆਪਣੇ ਆਪ ਦੇ ਉੱਤੇ ਕਿ ਮੈਂ ਜਸਟਿਨ ਟਰੂਡੋ ਦੇ ਨਾਲ ਕੰਮ ਕੀਤਾ। ਜਦੋਂ ਤੁਹਾਨੂੰ ਯਾਦ ਹੋਊਗਾ ਜਸਟਿਨ ਟਰੂਡੋ ਹਜੇ ਆਪਣੇ ਉਹਨਾਂ ਨੇ ਪਹਿਲੀ ਵਾਰੀ ਪਾਵਰ ਦੇ ਵਿੱਚ ਆਏ ਸੀ, ਉਸ ਵੇਲੇ ਬਰਾਕ ਓਬਾਮਾ ਦੂਜੇ ਪਾਸੇ ਰਾਸ਼ਟਰਪਤੀ ਸੀਗੇ ਅਮਰੀਕਾ ਦੇ। ਸੋ ਹੁਣ ਇਹ ਪਹਿਲੀ ਵਾਰੀ ਨਹੀਂ ਹੋਇਆ ਕਿ ਬਰਾਕ ਓਬਾਮਾ ਨੇ ਜਸਟਿਨ ਟਰੂਡੋ ਉਹਨਾਂ ਨੂੰ ਇੰਡੋਰਸ ਕੀਤਾ। ਪਿਛਲੀ ਵਾਰੀ 2019 ਦੇ ਵਿੱਚ ਜਦੋਂ ਇਲੈਕਸ਼ਨ ਹੋਈ ਸੀ ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਜਸਟਿਨ ਟਰੂਡੋ ਨਾਲ ਮਾਣ ਆ ਇਸ ਗੱਲ ਦਾ ਕਿ ਮੈਂ ਜਸਟਿਨ ਟਰੂਡੋ ਨਾਲ ਕੰਮ ਕੀਤਾ ਤੇ ਉਹ ਬਹੁਤ ਹਾਰਡ ਵਰਕਿੰਗ ਇਫੈਕਟਿਵ ਲੀਡਰ ਆ ਤੇ ਉਹਨੇ ਬਹੁਤ ਸਾਰੇ ਇਸ਼ੂਜ਼, ਇਹ ਗੱਲ ਬਰਾਕ ਓਬਾਮਾ ਨੇ ਕਹੀ ਸੀ ਕਿ ਕਲਾਈਮੇਟ ਚੇਂਜ ਹੋਵੇ ਉਹਦੇ ਉੱਤੇ ਇੱਦਾਂ ਦੇ ਵੱਡੇ ਇਸ਼ੂਜ਼ ਉੱਤੇ ਬਹੁਤ ਪ੍ਰੋਗਰੈਸਿਵ ਸੋਚ ਰੱਖਦੇ ਆ ਤੇ ਉਹ ਕਹਿੰਦੇ ਸੀ ਮੈਂ ਆਪਣੇ ਗੁਆਂਢ ਦੇ ਵਿੱਚ ਲੋਕਾਂ ਨੂੰ ਆਸ ਰੱਖਦਾ ਕਿ ਲੋਕ ਇੱਕ ਵਾਰੀ ਫਿਰ ਇਸ ਲੀਡਰ ਨੂੰ ਮੌਕਾ ਦੇਣਗੇ ਤੇ ਜਸਟਿਨ ਟਰੂਡੋ ਨੂੰ ਪ੍ਰਧਾਨ ਮੰਤਰੀ ਬਣਾਉਣਗੇ ਜਿਹੜਾ ਕਿ ਲੋਕਾਂ ਨੇ ਬਣਾਇਆ ਵੀ। ਇਸ ਗੱਲ ਦੇ ਮਾਇਨੇ ਨੇ ਬਰਾਕ ਓਬਾਮਾ ਜਾਂ ਕੋਈ ਵੀ ਲੀਡਰ ਜਦੋਂ ਦੂਜੇ ਲੀਡਰ ਨੂੰ ਇੰਡੋਰਸ ਕਰਦਾ ਤਾਂ ਉਹਦੇ ਬਹੁਤ ਸਾਰੇ ਮਾਇਨੇ ਹੁੰਦੇ ਆ ਕਿ ਉਸ ਲੀਡਰ ਦੀ ਪੋਪੂਲੈਰਿਟੀ ਕਿੰਨੀ ਹੈ। ਹਾਲਾਂਕਿ ਵੋਟਾਂ ਲੋਕਲ ਲੋਕਾਂ ਨੇ ਪਾਉਣੀਆਂ ਹੁੰਦੀਆਂ, ਇਸ਼ੂ ਸਾਰੇ ਲੋਕਲ ਹੁੰਦੇ ਆ। ਕੈਨੇਡਾ ਦੀ ਆਪਣੀ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਇਹ ਸਾਰਾ ਕੁਝ ਚੱਲਣਾ ਹੁੰਦਾ। ਉਸ ਵੇਲੇ ਜਸਟਿਨ ਟਰੂਡੋ ਨੇ ਬਰਾਕ ਓਬਾਮਾ ਦਾ ਧੰਨਵਾਦ ਵੀ ਕੀਤਾ ਸੀ ਕਿ ਉਹ ਆਪਣੇ ਦੋਸਤ ਔਰ ਉਹਨੇ ਫਰੈਂਡ ਕਿਹਾ ਸੀ ਉਹਨਾਂ ਨੂੰ ਕਿ ਮਾਈ ਫਰੈਂਡ, ਇਹ ਸ਼ਬਦ ਦੇ ਨਾਲ ਉਹਨਾਂ ਨੇ ਸੰਬੋਧਿਤ ਕੀਤਾ ਸੀ। ਸੋ ਪੁਰਾਣੀ ਇਹਨਾਂ ਦੀ ਦੋਸਤੀ ਆ ਤੇ ਇੱਕ ਦੂਜੇ ਦੀ ਇਹ ਸਪੋਰਟ ਕਰਦੇ ਆ। ਇਸ ਵੇਲੇ ਦੂਜੇ ਪਾਸੇ ਜਦੋਂ ਦੇਖਦੇ ਆ ਕਿ ਸਾਰੇ ਲੀਡਰ ਇੱਕ ਦੂਜੇ ਵੱਲ ਉਂਗਲਾਂ ਚੱਕ ਰਹੇ ਨੇ ਕੁਝ ਕੁ ਮੁੱਦਿਆਂ ਦੇ ਉੱਤੇ, ਥੋੜ੍ਹੇ ਜਿਹੇ ਦਿਨ ਰਹਿ ਗਏ ਆ। ਇਸ ਵੇਲੇ ਜਿਹੜਾ ਸਭ ਤੋਂ ਭਖਦਾ ਮੁੱਦਾ ਉਹ ਕੋਵਿਡ-19 ਦਾ ਅਲਬਰਟਾ ਦੇ ਵਿੱਚ ਬਣਿਆ ਆ। ਹਰ ਇੱਕ ਲੀਡਰ ਕਹਿ ਰਿਹਾ ਕਿ ਦੇਖੋ ਜੀ ਇਹਨਾਂ ਨੇ ਅਲਬਰਟਾ ਦੇ ਵਿੱਚ ਚੰਗੀ ਤਰ੍ਹਾਂ ਨਹੀਂ ਸਾਂਭਿਆ ਇਹ ਕੋਵਿਡ, ਤਾਂ ਇਹ ਸਾਰਾ ਕੁਝ ਜਿਹੜੀ ਗੜਬੜ ਹੋ ਗਈ ਆ ਉੱਥੇ ਦੁਬਾਰਾ ਕੇਸ ਵਧਣ ਲੱਗ ਪਏ ਆ ਔਰ ਪ੍ਰੋਵਿੰਸ ਦੇ ਵਿੱਚ ਹੈਲਥ ਐਮਰਜੈਂਸੀ ਲੱਗੀ ਆ। ਦੂਜੀਆਂ ਪਾਲਿਸੀਜ਼ ਇਹ ਸਾਰੀਆਂ ਨੂੰ ਚੇਂਜ ਕੀਤਾ ਗਿਆ। ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਉਹਨਾਂ ਨੇ ਦੁਬਾਰਾ ਜਿਹੜੀਆਂ ਲਿਮਿਟਸ ਦੀਆਂ ਗੈਦਰਿੰਗ ਦੇ ਉੱਤੇ ਉਹਨੂੰ ਰੀਇੰਟਰੋਡਿਊਸ ਕੀਤਾ, ਵੈਕਸੀਨ ਪਾਸਪੋਰਟ ਸਿਸਟਮ ਨੂੰ ਲੈ ਕੇ ਆਏ ਆ, ਹੋਰ ਸਾਰਾ ਕੁਝ ਕੀਤਾ। ਹੁਣ ਇਸ ਵੇਲੇ ਉਹਨਾਂ ਦੇ ਉੱਤੇ ਹਾਲਾਂਕਿ ਜਿਹੜੇ ਸ਼ਬਦੀ ਹਮਲੇ ਨੇ ਉਹ ਜਗਮੀਤ ਸਿੰਘ ਹੁਣੀ ਵੀ ਕੀਤੇ ਆ, ਪਰ ਜਸਟਿਨ ਟਰੂਡੋ ਹੁਣੀ ਉਹਨਾਂ 'ਤੇ ਸਖਤ ਹਮਲਾ ਕੀਤਾ ਜਾਂ ਇੱਦਾਂ ਕਹਿ ਲਓ ਵੀ ਉਹਨਾਂ ਨੂੰ ਬੜਾ ਸਖਤੀ ਦੇ ਨਾਲ ਉਹਨਾਂ ਨੂੰ ਪੁੱਛਿਆ ਕਿ ਥੋੜ੍ਹੇ ਦਿਨ ਪਹਿਲਾਂ ਜਿਹੜੇ ਐਰਨ ਟੂਲ ਆ, ਜਸਟਿਨ ਟਰੂਡੋ ਹੋਰੀ ਇਹ ਗੱਲ ਕਹੀ ਆ ਕਿ ਉਹ ਜੇਸਨ ਕੇਨੀ ਦੀ ਸਿਫਤ ਕਰ ਰਹੇ ਸੀ ਵੀ ਉਹਨੇ ਜਿੰਨੇ ਚੰਗੀ ਤਰ੍ਹਾਂ ਪੈਂਡੈਮਿਕ ਨੂੰ ਮੈਨੇਜ ਕੀਤਾ ਤੇ ਉਹ ਸਾਰਾ ਕੁਝ ਹੁਣੀ ਸਾਹਮਣੇ ਆ ਗਿਆ ਜਦੋਂ ਸਾਰਾ ਕੁਝ ਜਿਹੜਾ ਉਹਨਾਂ ਦਾ ਢਹਿ ਢੇਰੀ ਹੋ ਗਿਆ। ਪੂਰੇ ਦਾ ਪੂਰਾ ਪਲਾਨ ਜਿਹੜਾ ਉਹਨਾਂ ਨੇ ਬਣਾਇਆ ਸੀ ਕਿ ਇੱਦਾਂ ਕਰਕੇ ਖੁੱਲ੍ਹਾ ਦੇਵਾਂਗੇ। ਤੁਹਾਨੂੰ ਇੱਥੇ ਯਾਦ ਹੋਊਗਾ ਅਲਬਰਟਾ ਇਹੋ ਜਿਹਾ ਪ੍ਰੋਵਿੰਸ ਸੀ ਜਿਹਨੇ ਦੁਨੀਆ 'ਚ ਸਭ ਤੋਂ ਪਹਿਲਾਂ ਇਹੋ ਜਿਹਾ ਕੰਮ ਕੀਤਾ ਸੀ ਕਿ ਸਾਰੇ ਉਹ ਕਹਿੰਦੇ ਕੋਵਿਡ ਟੈਸਟਿੰਗ ਸੈਂਟਰ ਵੀ ਚੱਕ ਦਿਓ, ਕੋਈ ਆਈਸੋਲੇਸ਼ਨ ਦੀ ਲੋੜ ਨਹੀਂ, ਜੇ ਕੋਵਿਡ ਹੋ ਵੀ ਗਿਆ ਤਾਂ ਤੁਰੇ ਫਿਰੋ, ਕੋਈ ਤੁਹਾਨੂੰ ਏਅਰ ਰਿਸਟ੍ਰਿਕਸ਼ਨ ਦੀ ਲੋੜ ਨਹੀਂ। ਉਸ ਵੇਲੇ ਕ੍ਰਿਟਿਸਿਜ਼ਮ ਹੋਇਆ ਸੀ, ਫੈਡਰਲ ਹੈਲਥ ਮਿਨਿਸਟਰ ਨੇ ਵੀ ਪੁੱਛਿਆ ਸੀ ਕਿ ਸਾਨੂੰ ਦੱਸੋ ਇਹਦੇ ਪਿੱਛੇ ਕੀ ਲੌਜਿਕ ਆ, ਕਿਹੜੀ ਸਾਇੰਸ ਆ, ਪਰ ਉਹਦੇ ਤੋਂ ਬਾਅਦ ਸਾਡੇ ਸਾਹਮਣੇ ਆ ਕਿ ਉੱਥੇ ਕੋਵਿਡ ਦੇ ਕੇਸ ਫਿਰ ਵਧਣ ਲੱਗ ਪਏ ਤੇ ਉਹਨਾਂ ਨੂੰ ਦੁਬਾਰਾ ਉਹ ਸਾਰੀਆਂ ਪਾਬੰਦੀਆਂ ਲਾਉਣੀਆਂ ਲੱਗ ਪਈਆਂ। ਜਿੱਥੇ ਅਲਬਰਟਾ ਦੇ ਉੱਤੇ ਜਿਹੜਾ ਇਸ ਵੇਲੇ ਉਹ ਇੱਕ ਜਿਹੜੀ ਰਾਜਨੀਤਿਕ ਖਿੱਦੋ ਬਣੀ ਆ ਜਿਹਦੇ ਨਾਲ ਖੇਡਿਆ ਜਾ ਰਿਹਾ, ਦੂਜੇ ਪਾਸੇ ਕੋਵਿਡ ਦੇ ਉੱਤੇ ਵੀ ਬਹੁਤ ਗੰਭੀਰਤਾ ਦੇ ਨਾਲ ਗੱਲਬਾਤ ਹੋ ਰਹੀ ਆ। ਜਿਹੜੇ ਜਸਟਿਨ ਟਰੂਡੋ ਨੇ ਉਹਨਾਂ ਨੇ ਐਰਨ ਟੂਲ ਨੂੰ ਜਾਂ ਕੰਜ਼ਰਵੇਟਿਵ ਨੂੰ ਇਸ ਗੱਲ ਦੇ ਉੱਤੇ ਵੀ ਘੇਰਿਆ ਵੀ ਤੁਹਾਡੇ ਤੇ ਇਹੀ ਨਹੀਂ ਪਤਾ ਕਿਹਦੇ ਵੈਕਸੀਨ ਪੂਰੀ ਲੱਗੀ ਹੈ ਜਾਂ ਕਿਹਦੇ ਨਹੀਂ ਲੱਗੀ, ਤੁਸੀਂ ਤਾਂ ਸੀਨੀਅਰ ਹੋਮਸ ਦੇ ਵਿੱਚ ਵੀ ਜਾ ਰਹੇ ਹੋ ਬਿਨਾਂ ਵੈਕਸੀਨ ਲਵਾਇਓ, ਇੰਨਾ ਵੱਡਾ ਖਤਰਾ ਮੁੱਲ ਲੈ ਰਹੇ ਹੋ। ਉਹਨਾਂ ਦਾ ਇਸ਼ਾਰਾ ਸੀਗਾ ਮਾਸ਼ੇਲ ਫਰਾਰੀ ਵੱਲ, ਜਿਹੜੇ ਟੋਰੀ ਕੈਂਡੀਡੇਟ ਨੇ ਉੱਥੋਂ ਪੀਟਰਬਰੋ ਤੋਂ ਜਿਹੜੇ ਕੈਂਡੀਡੇਟ ਨੇ, ਤੇ ਉਹਨਾਂ ਨੇ ਆਪਣੀਆਂ ਕੁਝ ਫੋਟੋ ਥੋੜ੍ਹੇ ਦਿਨ ਪਹਿਲਾਂ ਮੀਡੀਆ ਦੇ ਉੱਤੇ ਪਾਈਆਂ ਸੀ ਕਿ ਇੱਕ ਰਿਟਾਇਰਮੈਂਟ ਰੈਜ਼ੀਡੈਂਸ ਦੇ ਉੱਤੇ ਜਾ ਕੇ ਕਨਵੈਸਿੰਗ ਕਰ ਰਹੇ ਆ, ਹਾਲਾਂਕਿ ਉਹਨਾਂ ਨੂੰ ਕੋਵਿਡ ਦੀ ਇੱਕ ਵੈਕਸੀਨ ਲੱਗੀ ਆ। ਇਸ ਗੱਲ ਨੂੰ ਵੀ ਜਸਟਿਨ ਟਰੂਡੋ ਹੋਰਾਂ ਨੇ ਫੜਿਆ ਕਿ ਤੁਸੀਂ ਜੇ ਇੱਦਾਂ ਕਰ ਸਕਦੇ ਆ, ਤੁਹਾਨੂੰ ਲੋਕਾਂ ਦੀ ਸਿਹਤ ਦਾ ਖਤਰਾ ਨਹੀਂ, ਤੁਸੀਂ ਦੇਸ਼ ਨੂੰ ਕਿੰਨਾ ਚੰਗੀ ਤਰ੍ਹਾਂ ਮੈਨੇਜ ਕਰੋਗੇ। ਸੋ ਇਸ ਵੇਲੇ ਲੜਾਈ ਪੱਕੀ ਆ ਪੂਰੀ। ਥੋੜ੍ਹੇ ਦਿਨਾਂ ਦੇ ਵਿੱਚ ਇਲੈਕਸ਼ਨ ਤੇ ਉਹਦੇ ਤੋਂ ਬਾਅਦ 20 ਸਤੰਬਰ ਨੂੰ ਇਹ ਫੈਸਲਾ ਹੋ ਜਾਣਾ ਕਿ ਕੌਣ ਜਿੱਤਦਾ ਤੇ ਕੌਣ ਹਾਰਦਾ। ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।